ਵਿਦਿਆਰਥੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪ੍ਰੀਤ ਕਥਾਵਾਂ ਦੀ ਗੱਲ ਕਰ ਰਹੇ ਹਾਂ। ਪੰਜਾਬੀਆਂ ਦੇ ਪ੍ਰੇਮ ਭਾਵ ਦੇ ਜਜ਼ਬੇ ਦਾ ਲੋਕ ਕਥਾ ਸਾਹਿਤ ਵਿੱਚ ਪ੍ਰੀਤ ਕਥਾਵਾਂ ਰਾਹੀਂ ਭਰਪੂਰ ਪ੍ਰਗਟਾਵਾ ਹੋਇਆ ਹੈ। ਪ੍ਰੀਤ ਕਥਾ ਕੀ ਹੈ? ਜਿਹਦੇ ਵਿੱਚ ਪਿਆਰ ਮੁਹੱਬਤ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਨਾਇਕ ਨਾਇਕਾ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਨੇ ਔਰ ਇਹਦੇ ਵਿੱਚ ਪੰਜਾਬੀ ਨਾਇਕ ਗੱਭਰੂ ਅਤੇ ਨਾਇਕਾਵਾਂ ਜਿਹੜੀਆਂ ਮੁਟਿਆਰਾਂ ਨੇ ਉਹਨਾਂ ਦਾ ਬਹੁਤ ਖੂਬਸੂਰਤ ਵਰਣਨ ਮਿਲਿਆ ਅਤੇ ਇਹ ਜਿਹੜੀਆਂ ਕਥਾਵਾਂ ਨੇ ਇਹ ਸਾਡੇ ਕਿੱਸਾ ਕਾਵਿ ਦਾ ਆਧਾਰ ਬਣੀਆਂ ਨੇ। ਆਓ ਦੇਖੀਏ ਸਾਡੇ ਕੋਲ ਕਿਹੜੀਆਂ-ਕਿਹੜੀਆਂ ਪ੍ਰੀਤ ਕਥਾਵਾਂ ਇਸ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹਨ। ਜਦੋਂ ਅਸੀਂ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ, ਪੇਪਰ ਦੀ ਦ੍ਰਿਸ਼ਟੀ ਤੋਂ ਸਾਰ ਲਿਖਦੇ ਹਾਂ ਤਾਂ ਅਸੀਂ ਲਿਖਾਂਗੇ ਕਿ ਹੀਰ ਰਾਂਝਾ ਕਥਾ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਜਿਹੜੀ ਭਾਗ 11 ਹੈ ਉਹਦੇ ਵਿੱਚ ਦਰਜ ਹੈ। ਇਹ ਇੱਕ ਪ੍ਰੀਤ ਕਥਾ ਹੈ। ਇਹਦੇ ਵਿੱਚ ਨਾਇਕ ਰਾਂਝਾ ਅਤੇ ਨਾਇਕਾ ਹੀਰ ਹੈ ਅਤੇ ਦੋਨਾਂ ਦੇ ਆਪਸੀ ਪਿਆਰ ਰਾਹੀਂ ਪਿਆਰ ਦੇ ਸਦੀਵੀ ਉੱਚੇ ਸੁੱਚੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ। ਹੀਰ ਤੇ ਰਾਂਝੇ ਦੀ ਪ੍ਰੀਤ ਕਥਾ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਝਨਾਬ ਦਰਿਆ ਦੇ ਕੰਢੇ ਸਰਦਾਰ ਮਲਕ ਚੂਚਕ ਦੇ ਘਰ ਇੱਕ ਕੁੜੀ ਦਾ ਜਨਮ ਹੋਇਆ ਜੋ ਵੱਡੀ ਹੋ ਕੇ ਮੁਟਿਆਰ ਹੀਰ ਦੇ ਨਾਮ ਨਾਲ ਪ੍ਰਸਿੱਧ ਹੋਈ। ਇਸੇ ਤਰ੍ਹਾਂ ਚੌਧਰੀ ਮੌਜੂ ਦੇ ਘਰ ਤਖਤ ਹਜ਼ਾਰੇ ਵਿੱਚ ਰਾਂਝੇ ਦਾ ਜਨਮ ਹੋਇਆ। ਰਾਂਝਾ ਆਪਣੇ 8 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਪਿਓ ਦੀ ਮੌਤ ਤੋਂ ਬਾਅਦ ਰਾਂਝੇ ਦੇ ਨਾਲ ਉਹਦੇ ਭਰਾ ਅਤੇ ਭਰਜਾਈਆਂ, ਜਿਵੇਂ ਕਿ ਅਕਸਰ ਆਪਾਂ ਦੇਖਦੇ ਹਾਂ ਵੀ ਮਾਂ ਪਿਓ ਤੋਂ ਬਾਅਦ ਉਹ ਸਲੂਕ ਨਹੀਂ ਰਹਿੰਦਾ, ਉਹ ਸਲੂਕ ਜਿਹੜਾ ਰਾਂਝੇ ਨਾਲ ਚੰਗਾ ਨਹੀਂ ਕਰਦੇ ਸੀ। ਅਤੇ ਇੱਕ ਦਿਨ ਭਾਬੀਆਂ ਨੇ ਤਾਨਾ ਮਾਰਿਆ ਕਿ ਜੇ ਤੂੰ ਬਹੁਤਾ ਖਾਸ ਹੈ ਤਾਂ ਹੀਰ ਸਿਆਲ ਨੂੰ ਵਿਆਹ ਕੇ ਲਿਆ। ਅਤੇ ਰਾਂਝਾ ਇਸ ਤਾਨੇ ਨੂੰ ਆਪਣੇ ਦਿਲ ਵਿੱਚ ਲਾ ਕੇ ਹੀਰ ਨੂੰ ਵਿਆਹੁਣ ਦਾ ਸੁਪਨਾ ਪਾਲ ਘਰੋਂ ਤੁਰ ਪਿਆ। ਅਤੇ ਜਦੋਂ ਝਨਾਬ ਦਰਿਆ ਨੂੰ ਪਾਰ ਕਰਨਾ ਸੀ ਉਹਨੂੰ ਬੇੜੀ ਦੀ ਜ਼ਰੂਰਤ ਸੀ। ਬੇੜੀ ਸਜੀ ਹੋਈ ਸੀ, ਉਹਦੇ ਉੱਤੇ ਹੀਰ ਦਾ ਪਲੰਘ ਸਜਿਆ ਸੀ ਅਤੇ ਰਾਂਝਾ ਆਰਾਮ ਕਰਨ ਦੇ ਨਿਸ਼ਚੇ ਨਾਲ ਉਹ 'ਤੇ ਜਾ ਕੇ ਪੈ ਗਿਆ। ਹੀਰ ਨੂੰ ਬੜਾ ਗੁੱਸਾ ਆਇਆ ਕਿ ਅਜਨਬੀ ਬੰਦਾ ਆ ਕੇ ਕਿਉਂ ਉਸ ਦੀ ਬੇੜੀ ਵਿੱਚ ਉਸ ਦੇ ਪਲੰਘ 'ਤੇ ਆ ਕੇ ਪੈ ਗਿਆ ਅਤੇ ਉਸਨੇ ਛਮਕਾਂ ਨਾਲ ਉਹਨੂੰ ਮਾਰਨਾ ਸ਼ੁਰੂ ਕੀਤਾ। ਜਦੋਂ ਰਾਂਝੇ ਦੀ ਅੱਖ ਖੁੱਲ੍ਹੀ ਅਤੇ ਪਹਿਲੀ ਤੱਕਣੀ ਉਹਨੇ ਹੀਰ ਨੂੰ ਤੱਕਿਆ ਤਾਂ ਉਹਦੇ ਮੂੰਹੋਂ ਵਾਹ ਸੱਜਣ ਨਿਕਲਿਆ ਅਤੇ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਦੋਨੇ ਸਦੀਵੀ ਪ੍ਰੀਤ ਵਿੱਚ ਬੱਝ ਗਏ। ਕਥਾ ਵਿੱਚ ਜ਼ਿਕਰ ਆਉਂਦਾ ਹੈ ਕਿ ਹੀਰ ਦੇ ਕਹਿਣ 'ਤੇ ਹੀਰ ਦੇ ਪਿਓ ਨੇ ਰਾਂਝੇ ਨੂੰ ਮੱਝਾਂ ਦੇ ਲਈ ਮੱਝਾਂ ਚਾਰਨ ਵਾਸਤੇ ਰੱਖ ਰਿਹਾ। 12 ਸਾਲ ਉਹਨੇ ਮੱਝਾਂ ਚਾਰੀਆਂ। ਉਹਨਾਂ ਦੇ ਸੱਚੇ ਸੁੱਚੇ ਪਿਆਰ ਦੀ ਗੱਲ ਪਿੰਡ ਵਿੱਚ ਫੈਲ ਗਈ। ਹੀਰ ਦੇ ਘਰਦਿਆਂ ਨੇ ਹੀਰ ਦਾ ਜਿਹੜਾ ਵਿਆਹ ਸੀ ਉਹ ਰੰਗਪੁਰ ਖੇੜੇ ਸੈਦੇ ਨਾਂ ਦੇ ਨੌਜਵਾਨ ਨਾਲ ਕਰ ਦਿੱਤਾ। ਰਾਂਝਾ ਨਿਰਾਸ਼ ਹੋ ਗਿਆ। ਹੀਰ ਵੀ ਬੜੀ ਦੁਖੀ ਹੋਈ। ਉਹ ਦਿਲੋਂ ਰਾਂਝੇ ਨੂੰ ਹੀ ਆਪਣਾ ਪਤੀ ਮੰਨਦੀ ਸੀ ਅਤੇ ਸੈਦੇ ਵੱਲ ਉਹਦਾ ਕੋਈ ਧਿਆਨ ਨਹੀਂ ਸੀ। ਰਾਂਝੇ ਨੇ ਜੋਗ ਧਾਰਨ ਕੀਤਾ ਬਾਲਨਾਥ ਤੋਂ ਅਤੇ ਉੱਧਰ ਹੀਰ ਆਪਣੇ ਘਰ ਬੜੀ ਉਦਾਸ ਰਹਿੰਦੀ ਸੀ। ਹੀਰ ਦੀ ਇੱਕ ਨਨਾਣ ਸੀ, ਉਹਦਾ ਨਾਂ ਸੈਤੀ ਸੀ, ਜਿਹੜੀ ਕਿ ਮੁਰਾਦ ਨੂੰ, ਬਲੋਚ ਸੀ ਇੱਕ ਮੁਰਾਦ, ਉਹਨੂੰ ਬੜਾ ਪਿਆਰ ਕਰਦੀ ਸੀ। ਅਤੇ ਹੌਲੀ ਹੌਲੀ ਜਿਹੜੀ ਹੀਰ ਸੀ ਉਹ ਸੈਤੀ ਦੇ ਬਹੁਤ ਨੇੜੇ ਹੁੰਦੀ ਗਈ। ਜਿਹੜਾ ਰਾਂਝਾ ਜੋਗੀ ਸੀ ਉਹ ਹੀਰ ਦੇ ਪਿੰਡ ਆਇਆ ਹੋਇਆ ਸੀ ਅਤੇ ਸੈਤੀ ਦੀ ਮਦਦ ਦੇ ਨਾਲ ਉਹ ਇੱਕ ਦੂਜੇ ਨੂੰ ਮਿਲਣ ਲੱਗੇ। ਹੀਰ ਵੀ ਸੈਤੀ ਅਤੇ ਮੁਰਾਦ ਦੇ ਮੇਲ ਵਿੱਚ ਉਹਨਾਂ ਦੀ ਸਹਾਇਤਾ ਕਰਨ ਲੱਗੀ। ਹੌਲੀ ਹੌਲੀ ਹੀਰ ਅਤੇ ਰਾਂਝਾ ਜਿਹੜੇ ਸੀ ਉਹ ਅਚਾਨਕ ਜਿਹੜਾ ਰੰਗਪੁਰ ਪਿੰਡ ਸੀ ਉੱਥੋਂ ਚਲੇ ਗਏ। ਅਤੇ ਉਸ ਤੋਂ ਬਾਅਦ ਕਥਾ ਜਿਹੜੀ ਹੈ ਨਾ ਉਹ 2 ਰੂਪਾਂ ਦੇ ਵਿੱਚ ਮਿਲਦੀ ਹੈ। ਇੱਕ ਦੇ ਵਿੱਚ ਤਾਂ ਇਹ ਮਿਲਦਾ ਕਿ ਜਦੋਂ ਹੀਰ ਅਤੇ ਰਾਂਝਾ ਉੱਥੋਂ ਗਏ ਉਸ ਤੋਂ ਬਾਅਦ ਹੀਰ ਦੇ ਮਾਪਿਆਂ ਕੋਲ ਜਦੋਂ ਰਾਂਝਾ ਪਹੁੰਚਿਆ ਅਤੇ ਉਹ ਦੋਨੇ ਜਾਣੇ ਪਹੁੰਚੇ ਅਤੇ ਉਹਨਾਂ ਨੂੰ ਮਾਪਿਆਂ ਨੇ ਮਨਜ਼ੂਰੀ ਦੇ ਦਿੱਤੀ ਅਤੇ ਉਹ ਖੁਸ਼ੀ ਖੁਸ਼ੀ ਆਪਣਾ ਘਰ ਗ੍ਰਸਤੀ ਦਾ ਜੀਵਨ ਬਸਰ ਕਰਨ ਲੱਗੇ। ਅਤੇ ਦੂਜੇ ਪੱਖ ਦੇ ਵਿੱਚ ਇਹ ਦੱਸਿਆ ਗਿਆ, ਇਸ ਕਥਾ 'ਚ ਜ਼ਿਕਰ ਆਉਂਦਾ ਹੈ ਕਿ ਰਾਂਝੇ ਨੂੰ ਹੀਰ ਦੇ ਮਾਪਿਆਂ ਨੇ ਕਿਹਾ ਕਿ ਤੂੰ ਬਰਾਤ ਲੈ ਕੇ ਆ, ਉਸ ਤੋਂ ਬਾਅਦ ਅਸੀਂ ਹੀਰ ਤੇਰੇ ਨਾਲ ਭੇਜਾਂਗੇ। ਅਤੇ ਛਲ ਕਪਟ ਦੇ ਨਾਲ ਉਹਨਾਂ ਨੇ ਹੀਰ ਨੂੰ ਗਲਤ ਖਬਰ ਦਿੱਤੀ ਕਿ ਰਾਂਝਾ ਨਹੀਂ ਰਿਹਾ ਅਤੇ ਜਿਹੜੀ ਹੀਰ ਸੀ ਉਹ ਇਸ ਮਨ ਘੜਤ ਖਬਰ 'ਤੇ ਵਿਸ਼ਵਾਸ ਕਰ ਬੈਠੀ ਅਤੇ ਉਸਨੇ ਆਪਣੀ ਹੋਸ਼ ਜਿਹੜੀ ਆ ਗਵਾ ਲਈ। ਅਤੇ ਉਸ ਤੋਂ ਬਾਅਦ ਉਸਦੇ ਚਾਚੇ ਕੈਦੋ ਨੇ ਹੀਰ ਨੂੰ ਜ਼ਹਿਰ ਪਿਆ ਦਿੱਤਾ। ਹੀਰ ਮਰ ਗਈ ਅਤੇ ਹੀਰ ਦੀ ਮੌਤ ਦੀ ਖਬਰ ਸੁਣ ਕੇ ਜਿਹੜਾ ਰਾਂਝਾ ਸੀ ਉਹ ਵੀ ਜਿਉਂਦਾ ਨਾ ਰਹਿ ਸਕਿਆ। ਸੋ ਸਮੁੱਚੇ ਰੂਪ ਵਿੱਚ ਆਖ ਸਕਦੇ ਹਾਂ ਕਿ ਇਹ ਇੱਕ ਉੱਤਮ ਪ੍ਰੀਤ ਕਥਾ ਹੈ ਜਿਹੜੀ ਕਿ ਸਾਡੇ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਦਰਜ ਹੈ। ਔਰ ਇਸ ਕਥਾ ਦੇ ਵਿੱਚ ਹੀਰ ਰਾਂਝੇ ਦੇ ਪਵਿੱਤਰ ਪਿਆਰ ਰਾਹੀਂ ਪੰਜਾਬ ਦੇ ਨਾਇਕ ਅਤੇ ਨਾਇਕਾਵਾਂ ਦੇ ਸੁਭਾਅ ਦਾ ਜ਼ਿਕਰ ਕੀਤਾ ਗਿਆ ਹੈ। ਔਰ
ਸੱਚੇ ਪਿਆਰ ਦੀ ਗੱਲ ਕੀਤੀ ਗਈ ਹੈ। ਇਹ ਦੁਨਿਆਵੀ ਪਿਆਰ ਜਿਹੜਾ ਹੈ ਉਹਦੇ ਹੱਕ ਦੀ ਗੱਲ ਕੀਤੀ ਗਈ ਹੈ। ਦੂਜੀ ਪ੍ਰੀਤ ਕਥਾ ਜੋ ਇਸ ਪੁਸਤਕ ਵਿੱਚ ਦਰਜ ਹੈ ਉਹ ਹੈ ਮਿਰਜ਼ਾ ਸਾਹਿਬਾਂ। ਮਿਰਜ਼ਾ ਸਾਹਿਬਾਂ ਕਥਾ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਭਾਗ 11 ਦੇ ਵਿੱਚ ਦਰਜ ਹੈ। ਇਹ ਇੱਕ ਪ੍ਰੀਤ ਕਥਾ ਹੈ। ਇਸ ਵਿੱਚ ਮਿਰਜ਼ਾ ਅਤੇ ਸਾਹਿਬਾਂ ਇੱਕ ਦੂਜੇ ਨੂੰ ਪਿਆਰ ਕਰਦੇ ਦਿਖਾਈ ਦਿੰਦੇ ਹਨ। ਇਸ ਕਥਾ ਦੇ ਵਿੱਚ ਸ਼ਿੰਗਾਰ ਰਸ, ਸੰਯੋਗ ਵਿਯੋਗ, ਇਹਦੇ ਨਾਲ ਨਾਲ ਇਹਦੇ ਵਿੱਚ ਬੀਰ ਰਸ ਦੀਆਂ ਉਦਾਹਰਨਾਂ ਵੀ ਮਿਲਦੀਆਂ ਹਨ। ਕਥਾ ਵਿੱਚ ਜ਼ਿਕਰ ਹੈ ਖੀਵੇ ਮਾਣੀ ਦੇ ਸਰਦਾਰ ਖੀਵੇ ਖਾਨ ਦੀ ਧੀ ਸਾਹਿਬਾਂ ਅਤੇ ਦਾਨਾਬਾਦ ਦੇ ਵੰਜਲ ਨਾਮ ਦੇ ਵਿਅਕਤੀ ਦੇ ਘਰ ਜੰਮੇ ਮਿਰਜ਼ੇ ਦੇ ਪਿਆਰ ਦਾ। ਦੋਨਾਂ ਨੂੰ ਮਸੀਤ ਵਿੱਚ ਪੜ੍ਹਨੇ ਪਾਇਆ ਜਾਂਦਾ ਹੈ। ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਮਾਂ ਵੱਲੋਂ ਭਾਵ ਆਪਣੇ ਪੇਕਿਆਂ ਵੱਲੋਂ ਰਿਸ਼ਤੇ ਲਿਆਉਣ ਦਾ ਰਿਵਾਜ਼ ਉਸ ਸਮੇਂ ਦੇ ਸੱਭਿਆਚਾਰ ਦੇ ਵਿੱਚ ਬਹੁਤ ਸਾਰੇ ਕਬੀਲਿਆਂ ਦੇ ਵਿੱਚ ਜਾਂ ਫਿਰਕਿਆਂ ਦੇ ਵਿੱਚ ਮੌਜੂਦ ਹੁੰਦਾ ਸੀ, ਜਿਸ ਤਹਿਤ ਮਿਰਜ਼ਾ ਅਤੇ ਸਾਹਿਬਾਂ ਜਿਹੜੇ ਹੈ ਉਹਨਾਂ ਦੀ ਕਿਹਾ ਜਾਂਦਾ ਹੈ ਕਿ ਬਚਪਨ ਦੇ ਵਿੱਚ ਹੀ ਮੰਗਣੀ ਤੈਅ ਕਰ ਦਿੱਤੀ ਗਈ ਸੀ, ਜਿਹੜੀ ਕਿ ਬਾਅਦ ਵਿੱਚ ਕੁਝ ਕਾਰਨਾਂ ਕਰਕੇ ਪ੍ਰਵਾਨ ਨਹੀਂ ਚੜ੍ਹ ਸਕੀ। ਕਥਾ ਵਿੱਚ ਜ਼ਿਕਰ ਹੈ ਕਿ ਮਿਰਜ਼ੇ ਦੇ ਸਿਰ ਤੋਂ ਬਚਪਨ ਵਿੱਚ ਹੀ ਪਿਓ ਦਾ ਸਾਇਆ ਜਿਹੜਾ ਸੀ ਉਹ ਉੱਠ ਗਿਆ ਸੀ ਅਤੇ ਇਸ ਕਰਕੇ ਉਸ ਨੂੰ ਨਾਨਕੇ ਭੇਜ ਦਿੱਤਾ ਗਿਆ, ਜਿੱਥੇ ਸਾਹਿਬਾਂ ਅਤੇ ਮਿਰਜ਼ਾ ਮਸੀਤ ਵਿੱਚ ਪੜ੍ਹਨ ਜਾਂਦੇ ਸੀ ਅਤੇ ਇੱਥੇ ਹੀ ਉਹਨਾਂ ਦੀ ਜਿਹੜੀ ਪ੍ਰੀਤ ਹੈ ਉਹ ਇੱਕ ਦੂਜੇ ਦੇ ਪ੍ਰਤੀ ਉਹ ਮੋਹੇ ਗਏ, ਖਿੱਚੇ ਗਏ। ਹੌਲੀ ਹੌਲੀ ਉਹ ਜਵਾਨ ਹੋ ਗਏ। ਗੂੜੀ ਪ੍ਰੀਤ ਵਿੱਚ ਇਹ ਰਿਸ਼ਤਾ ਜਿਹੜਾ ਸੀ ਉਹ ਬਾਲ ਪ੍ਰੀਤ ਗੂੜੀ ਪ੍ਰੀਤ ਵਿੱਚ ਤਬਦੀਲ ਹੋ ਗਈ। ਜਦੋਂ ਉਹਨਾਂ ਦੇ ਪਿਆਰ ਦੀ ਚਰਚਾ ਸਾਰੇ ਪਿੰਡ ਵਿੱਚ ਫੈਲਣ ਲੱਗੀ ਤਾਂ ਮਿਰਜ਼ੇ ਨੂੰ ਵਾਪਸ ਆਪਣੇ ਪਿੰਡ ਦਾਨਾਬਾਦ ਪਰਤਣਾ ਪਿਆ। ਉੱਧਰ ਸਾਹਿਬਾਂ ਦੇ ਘਰਦਿਆਂ ਨੇ ਚੰਦੜਾਂ ਦੇ ਇੱਕ ਗੱਭਰੂ ਦੇ ਨਾਲ ਉਹਦਾ ਜਿਹੜਾ ਰਿਸ਼ਤਾ ਸੀ ਉਹ ਤੈਅ ਕਰ ਦਿੱਤਾ। ਜਦੋਂ ਹੀ ਆਪਣੇ ਸਾਹਿਬਾਂ ਦੀ ਜੰਨ ਜਿਹੜੀ ਸੀ ਉਹ ਢੁੱਕਣ ਵਾਲੀ ਸੀ ਤਾਂ ਮਿਰਜ਼ਾ ਜਿਹੜਾ ਸੀ ਉਹ ਇਸ ਚੀਜ਼ ਨੂੰ ਬਹੁਤ ਦੁਖੀ ਹੋ ਕੇ ਦੇਖ ਰਿਹਾ ਸੀ। ਕਿਹਾ ਜਾਂਦਾ ਹੈ ਕਿ ਸਾਹਿਬਾਂ ਦੇ ਵਿਆਹ ਦੀ ਜਿਹੜੀ ਖਬਰ ਹੈ ਉਹ ਕਰਮੂ ਨਾਮ ਦੇ ਬੰਦੇ ਨੇ ਮਿਰਜ਼ੇ ਤੱਕ ਪਹੁੰਚਦੀ ਕੀਤੀ ਸੀ ਅਤੇ ਮਿਰਜ਼ਾ ਹਨੇਰੀ ਦੀ ਤਰ੍ਹਾਂ ਦਾਨਾਬਾਦ ਤੋਂ ਆਪਣੀ ਬੱਕੀ 'ਤੇ ਭਾਵ ਘੋੜੀ 'ਤੇ ਸਵਾਰ ਹੋ ਕੇ ਆਪਣੀ ਭੈਣ ਦੇ ਮਾਂ ਦੇ ਬਹੁਤ ਰੋਕਣ ਦੇ ਬਾਵਜੂਦ ਸਾਹਿਬਾਂ ਦੇ ਪਿੰਡ ਨੂੰ ਤੁਰ ਪਿਆ ਸੀ ਅਤੇ ਆਪਣੀ ਮਾਸੀ ਬੀਬੋ ਦੀ ਮਦਦ ਨਾਲ ਉਹ ਸਾਹਿਬਾਂ ਤੱਕ ਪਹੁੰਚ ਗਿਆ ਸੀ। ਵਿਆਹ ਤੋਂ ਪਹਿਲਾਂ ਸਾਹਿਬਾਂ ਜਿਹੜੀ ਸੀ ਉਹ ਆਪਣੇ ਘਰ ਨੂੰ ਛੱਡ ਕੇ ਮਿਰਜ਼ੇ ਦੇ ਨਾਲ ਨਿਕਲ ਜਾਂਦੀ ਹੈ। ਉਹ ਆਪਣੇ ਹੋਣ ਵਾਲੇ ਪਤੀ ਭਾਵ ਮਿਰਜ਼ੇ ਨੂੰ ਇੱਕ ਗੱਲ ਕਹਿੰਦੀ ਹੈ ਕਿ ਉਹ ਸਿੱਧਾ ਉਸ ਨੂੰ ਦਾਨਾਬਾਦ ਪਹੁੰਚਾ ਦੇਵੇ, ਪਰ ਮਿਰਜ਼ਾ ਆਪਣੀ ਜਵਾਨੀ ਦੇ ਮਾਣ ਵਿੱਚ, ਆਪਦੀ ਤੀਰਅੰਦਾਜ਼ੀ ਦੇ ਮਾਣ ਵਿੱਚ ਅਤੇ ਕੁਝ ਆਰਾਮ ਕਰਨ ਦੇ ਨਿਸ਼ਚੇ ਦੇ ਨਾਲ ਜੰਡ ਦੇ ਦਰਖਤ ਦੇ ਥੱਲੇ ਆਰਾਮ ਕਰਨ ਲਈ ਲੇਟ ਜਾਂਦਾ ਹੈ। ਇੰਨੇ ਨੂੰ ਪਿੱਛੋਂ ਖਬਰ ਮਿਲ ਜਾਂਦੀ ਹੈ ਕਿ ਸਾਹਿਬਾਂ ਜਿਹੜੀ ਹੈ ਉਹ ਚਲੀ ਗਈ। ਦੂਜੇ ਦਿਨ ਬਰਾਤ ਆਉਣ ਵਾਲੀ ਹੁੰਦੀ ਹੈ ਅਤੇ ਸਾਰਾ ਪਿੰਡ ਮਿਰਜ਼ਾ ਅਤੇ ਸਾਹਿਬਾਂ ਦੀ ਭਾਲ ਦੇ ਵਿੱਚ ਨਿਕਲ ਜਾਂਦਾ ਹੈ। ਤੁਸੀਂ ਆਪਣੀ ਸਕਰੀਨ 'ਤੇ ਤਸਵੀਰ ਵਿੱਚ ਵੀ ਦੇਖ ਰਹੇ ਹੋਵੋਗੇ, ਜੰਡ ਦੇ ਥੱਲੇ ਮਿਰਜ਼ਾ ਪਿਆ। ਉਹਦੇ ਤੀਰ ਜਿਹੜੇ ਨੇ ਉਹ ਸਾਹਿਬਾਂ ਨੇ ਇਸ ਕਰਕੇ ਤੋੜ ਦਿੱਤੇ ਕਿ ਮਿਰਜ਼ੇ ਦੇ ਹੱਥੋਂ ਉਸਦੇ ਪਰਿਵਾਰ ਦੇ ਮੈਂਬਰ, ਉਸਦਾ ਵੀਰ, ਉਸਦਾ ਜਿਹੜਾ ਪਿਓ ਹੈ ਉਹ ਨਾ ਮਾਰਿਆ ਜਾਵੇ। ਪਿੰਡ ਵਾਲੇ ਉਹਨੂੰ ਆ ਕੇ ਘੇਰਾ ਪਾ ਲੈਂਦੇ ਨੇ। ਟੁੱਟੇ ਤੀਰ ਅਤੇ ਅੱਬੜ ਵਾਹੇ ਉੱਠਿਆ ਮਿਰਜ਼ਾ ਜਦੋਂ ਆਲੇ ਦੁਆਲੇ ਦੇ ਹਾਲਾਤਾਂ ਨੂੰ ਦੇਖਦਾ ਹੈ, ਚੰਦੜਾਂ ਅਤੇ ਸਿਆਲਾਂ ਦੇ ਘੇਰੇ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦਾ ਤਾਂ ਉਹ ਕੁਝ ਨਹੀਂ ਕਰ ਸਕਦਾ। ਉਸ ਦੀ ਤਾਕਤ ਕੁਝ ਨਹੀਂ ਕਰ ਸਕਦੀ। ਉਸ ਨੂੰ ਸਾਹਿਬਾਂ ਦੇ ਉੱਤੇ ਵੀ ਇੱਕ ਗਿਲਾ ਹੁੰਦਾ ਕਿ ਜਿਸ ਨੇ ਉਸ ਦੇ ਨਾਲ ਆ ਕੇ ਪਿਆਰ ਨੂੰ ਦਾਗ ਲਾਇਆ, ਭਾਵ ਕਿ ਉਹਦੇ ਤੀਰ ਜਿਹੜੇ ਸੀ ਉਹ ਤੋੜ ਦਿੱਤੇ। ਆਖਰ ਨਿਹੱਥਾ ਅਤੇ ਇਕੱਲਾ ਮਿਰਜ਼ਾ ਮਾਰਿਆ ਜਾਂਦਾ ਹੈ। ਅਤੇ ਇਸ ਤਰੀਕੇ ਨਾਲ ਇਹ ਜਿਹੜੀ ਕਥਾ ਹੈ ਇਹ ਇੱਕ ਦੁਖਦਾਈ, ਇੱਕ ਤਰਾਸਦੀਜਨਕ ਅੰਤ ਵੱਲ ਵੱਧਦੀ ਹੈ। ਮਿਰਜ਼ਾ ਜੰਡ ਹੇਠਾਂ ਮਾਰਿਆ ਜਾਂਦਾ। ਸੋ ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਮਿਰਜ਼ਾ ਅਤੇ ਸਾਹਿਬਾਂ ਦੀ ਜਿਹੜੀ ਪ੍ਰੀਤ ਕਥਾ ਹੈ ਇਹ ਨਾਇਕ ਅਤੇ ਨਾਇਕਾ ਦੇ ਆਪਸੀ ਪਿਆਰ ਨੂੰ ਪੇਸ਼ ਕਰਦੀ ਹੈ। ਇਹਦੇ ਵਿੱਚ ਮਿਰਜ਼ੇ ਦੀ ਬਹਾਦਰੀ ਦਾ ਜ਼ਿਕਰ ਵੀ ਆਉਂਦਾ ਹੈ, ਪੰਜਾਬੀਆਂ ਦੇ ਵੀਰਤਾ ਦੇ ਸੁਭਾਅ ਨੂੰ ਵੀ ਪੇਸ਼ ਕਰਦੀ ਹੈ। ਇਹ ਸਾਹਿਬਾਂ ਦੀ ਤੁਚਿੱਤੀ ਨੂੰ ਵੀ ਪੇਸ਼ ਕਰਦੀ ਹੈ, ਜਿਹਦੇ ਵਿੱਚ ਉਹ ਫੈਸਲਾ ਨਹੀਂ ਕਰ ਸਕਦੀ
ਕਿ ਉਹ ਇੱਕ ਸਿਰਾ ਕਰ ਸਕੇ, ਉਹਨੂੰ ਆਪਣੇ ਘਰਦਿਆਂ ਦਾ ਵੀ ਖਿਆਲ ਰਹਿੰਦਾ ਹੈ ਅਤੇ ਉਹ ਮਿਰਜ਼ੇ ਨੂੰ ਵੀ ਇਨਕਾਰ ਨਹੀਂ ਕਰਦੀ। ਸਮੁੱਚੇ ਰੂਪ ਵਿੱਚ ਆਖ ਸਕਦੇ ਹਾਂ ਕਿ ਇਹ ਇੱਕ ਉੱਤਮ ਪ੍ਰੀਤ ਕਥਾ ਹੈ, ਜਿਹੜੀ ਕਿ ਜਿਸ ਦਾ ਕਿ ਅੰਤ ਤਰਾਸਦੀ ਵਿੱਚ ਹੋਇਆ ਨਜ਼ਰ ਆਉਂਦਾ ਹੈ।